ਸੋ ਗੁਰੂ ਪਿਆਰਿਓ, ਜੋ ਅੱਜ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਦਿਵਸ ਹੈ, ਸੋ ਸਰਬੱਤ ਸੰਗਤ ਨੂੰ, ਨਗਰ ਨਿਵਾਸੀ ਸੰਗਤਾਂ ਨੂੰ ਦਾਸ ਵੱਲੋਂ, ਗੁਰੂ ਘਰ ਵੱਲੋਂ, ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਸਤਿਗੁਰੂ ਪਾਤਸ਼ਾਹ ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਕਰਨ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਸੋ ਆਪਾਂ ਕੁਝ ਕੁ ਮਿੰਟ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਿਚਾਰ ਕਰਾਂਗੇ। ਸਤਿਗੁਰੂ ਸਮੱਤ ਬਖਸ਼ਣ। ਸੋ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਅਵਤਾਰ ਜਾਂ ਉਸਨੂੰ ਜਨਮ ਕਹਿ ਲਈਏ, ਪਿਤਾ ਹਰਦਾਸ ਮੱਲ ਮਾਤਾ ਦਇਆ ਕੌਰ ਦੇ ਗ੍ਰਹਿ ਵਿਖੇ, ਲਾਹੌਰ ਸ਼ਹਿਰ ਚੂਨਾ ਮੰਡੀ ਵਿਖੇ 1534 ਈਸਵੀ ਨੂੰ ਹੋਇਆ। ਸੋ ਇਤਿਹਾਸ ਤੋਂ ਆਪਾਂ ਸਭ ਜਾਣੂ ਹਾਂ ਕਿ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਨੂੰ ਜੇਠਾ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮਾਤਾ ਪਿਤਾ ਨੇ ਨਾਮ ਰਾਮਦਾਸ ਰੱਖਿਆ ਔਰ ਪਹਿਲਾ ਬੱਚਾ ਹੋਣ ਕਰਕੇ ਉਸ ਨੂੰ ਜੇਠੇ ਦੇ ਨਾਮ ਨਾਲ ਵੀ ਪੁਕਾਰਿਆ ਜਾਣ ਲੱਗਾ ਕਿ ਜੇਠਾ ਹੈ। ਔਰ ਇਤਿਹਾਸ ਦੱਸਦਾ ਹੈ ਕਿ ਛੋਟੀ ਉਮਰ ਦੇ ਵਿੱਚ ਹੀ ਪਹਿਲਾਂ ਮਾਤਾ ਪਿਤਾ ਚਲੇ ਗਏ, ਫਿਰ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਨਾਨਕੇ ਜੋ ਗੁਰੂ ਅਮਰਦਾਸ ਜੀ ਦੇ ਨਗਰ ਬਾਸਰਕੇ ਵਿਖੇ ਸਨ, ਉਹਨਾਂ ਦੀ ਨਾਨੀ ਜੀ ਉੱਥੇ ਲੈ ਆਏ। ਕਿਉਂਕਿ ਆਪਾਂ ਮੇਨ ਜੀ ਵਿਚਾਰ ਕਰਾਂਗੇ, ਇਤਿਹਾਸ ਤਾਂ ਬਹੁਤ ਹੈ ਸਤਿਗੁਰਾਂ ਦਾ। ਉੱਥੇ ਸੇਵਾ ਨਿਭਾਉਂਦਿਆਂ ਸੋ ਕਹਿੰਦੇ ਹਨ ਕਿ ਗੁਰੂ ਰਾਮਦਾਸ ਜੀ ਮਹਾਰਾਜ ਨੇ ਛੋਟੀ ਉਮਰ ਦੇ ਵਿੱਚ ਘੁੰਗਣੀਆਂ ਵੀ ਵੇਚੀਆਂ। ਔਰ ਜੇ ਕਿਸੇ ਨੇ ਕਹਿਣਾ ਕਿ ਮੈਨੂੰ ਭੁੱਖ ਲੱਗੀ ਹੈ, ਪੈਸੇ ਨਹੀਂ ਹੈ ਤਾਂ ਮੇਰੀ ਭੁੱਖ ਮਿਟਾ ਦੇ, ਤਾਂ ਕਹਿੰਦੇ ਹਨ ਕਿ ਸਾਰੀਆਂ ਘੁੰਗਣੀਆਂ ਛਕਾ ਕੇ ਵਾਪਸ ਆ ਜਾਂਦੇ ਸਨ। ਔਰ ਇਸੇ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਹੌਲੀ ਹੌਲੀ ਸਤਿਗੁਰਾਂ ਦੇ, ਗੁਰੂ ਅਮਰਦਾਸ ਜੀ ਦੇ ਦੁਆਰੇ 'ਤੇ ਜਾ ਕੇ ਵੀ ਘੁੰਗਣੀਆਂ ਦੇ ਛਾਬੇ ਲਾਉਣੇ, ਹੌਲੀ ਹੌਲੀ ਪ੍ਰੇਮ ਬਣ ਗਿਆ। ਸੇਵਾ ਕਰਨੀ, ਸੇਵਾ ਕਰਦਿਆਂ ਕਰਦਿਆਂ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੀ ਬਾਲਕ ਛੋਟੀ ਉਮਰ ਦੇ ਵਿੱਚ ਸੇਵਾ ਦੇਖਦੇ ਤਾਂ ਬਹੁਤ ਖੁਸ਼ ਹੁੰਦੇ। ਇਸੇ ਤਰ੍ਹਾਂ ਸੇਵਾ ਚੱਲਦਿਆਂ ਚੱਲਦਿਆਂ ਬੌਲੀ ਸਾਹਿਬ ਦੀ ਸੇਵਾ ਵੀ ਕਰਵਾਈ। ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਜੋ ਟੋਕਰੀ ਚੱਕੀ, ਜਦੋਂ ਸਮਾਂ ਆਇਆ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਮਹਿਲ ਮਾਤਾ ਮਨਸਾ ਦੇਵੀ ਜੀ ਇੱਕ ਦਿਨ ਬੈਠੇ ਤੇ ਵਿਚਾਰ ਕੀਤੀ ਕਿ ਸਵਾਮੀ ਜੀ, ਜੋ ਗੁਰੂ ਅਮਰਦਾਸ ਮਹਾਰਾਜ ਦੀ ਛੋਟੀ ਪੁੱਤਰੀ ਸੀ ਬੀਬੀ ਭਾਨੀ ਜੀ, ਕਿ ਉਹਨਾਂ ਲਈ ਵਾਰਯੋਗ ਕੋਈ ਲੱਭੀਏ, ਕਿਉਂਕਿ ਬੱਚੀ ਵਿਆਹੁਣ ਯੋਗ ਹੈ। ਤਾਂ ਕਹਿੰਦੇ ਹਨ ਕਿ ਸੇਵਾ ਕਰਦਿਆਂ ਕਰਦਿਆਂ ਜਦੋਂ ਨਜ਼ਰ ਮਾਤਾ ਜੀ ਦੀ ਗੁਰੂ ਰਾਮਦਾਸ ਜੀ ਵੱਲ ਗਈ, ਜੋ ਉਸ ਸਮੇਂ ਜੇਠਾ ਜੀ ਦੇ ਨਾਮ ਨਾਲ ਪੁਕਾਰੇ ਜਾਂਦੇ ਸਨ, ਕਹਿਣ ਲੱਗੇ, ਗੁਰੂ ਸਾਹਿਬ ਕਹਿਣ ਲੱਗੇ ਕਿ ਕਿਹੋ ਜਿਹਾ ਵਰ ਹੋਣਾ ਚਾਹੀਦਾ ਹੈ। ਤਾਂ ਸੁਭਾਵ ਕਿ ਜਦੋਂ ਨਜ਼ਰ ਗੁਰੂ ਰਾਮਦਾਸ ਵੱਲ ਮਾਤਾ ਜੀ ਦੀ ਗਈ, ਮਾਤਾ ਮਨਸਾ ਦੇਵੀ ਦੀ, ਤਾਂ ਕਹਿਣ ਲੱਗੇ ਕਿ ਉਹਦੇ ਵਰਗਾ ਹੋਵੇ।
ਸੁਭਾਅ ਦਾ ਭੋਲਾ ਹੋਵੇ, ਸੇਵਾ ਦਾ ਪੁੰਜ ਹੋਵੇ, ਨਿਮਰਤਾ ਤੇ ਸ਼ਾਂਤੀ ਵਿੱਚ ਰਹਿਣ ਵਾਲਾ ਹੋਵੇ। ਤਾਂ ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਇਹ ਪਿਆਰੇ, ਉਹ ਤਾਂ ਉਹਦੇ ਵਰਗਾ ਉਹੀ ਹੈ। ਗੁਰੂ ਰਾਮਦਾਸ ਵਰਗਾ ਉਸ ਸਮੇਂ ਗੁਰੂ ਨਹੀਂ ਸੀ, ਉਹ ਰਾਮਦਾਸ ਵਰਗਾ, ਜੇਠੇ ਵਰਗਾ ਤਾਂ ਭਾਈ ਜੇਠਾ ਹੀ ਹੈ, ਉਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਹੋਵੇਗਾ। ਕਿਉਂਕਿ ਪ੍ਰਮਾਤਮਾ ਜਦੋਂ ਜੀਵ ਨੂੰ ਭੇਜਦਾ ਹੈ ਕਿ ਉਦੋਂ ਇਹੀ ਕਹਿੰਦਾ ਹੈ ਤੇਰੇ ਵਰਗਾ ਤੂੰ ਹੀ ਹੈ, ਤੇਰੇ ਵਰਗਾ ਹੋਰ ਦੁਨੀਆ ਦੇ ਵਿੱਚ ਨਹੀਂ। ਖੈਰ, ਇਸੇ ਤਰ੍ਹਾਂ ਹੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠਾ ਜੀ ਨੂੰ ਕੋਲ ਬੁਲਾਇਆ, ਉਹਦਾ ਮਾਤਾ ਪਿਤਾ ਸਾਰਾ ਪੁੱਛਿਆ। ਪਤਾ ਲੱਗਾ ਕਿ ਇਹਦੇ ਮਾਤਾ ਪਿਤਾ ਛੋਟੀ ਉਮਰ ਦੇ ਵਿੱਚ ਹੀ ਜੋ ਲਾਹੌਰ ਵਿਖੇ ਇਸ ਸੰਸਾਰ ਤੋਂ ਚਲੇ ਗਏ ਸਨ। ਉਹਦੇ ਨਾਨਕੇ ਪਰਿਵਾਰ ਨਾਲ ਗੱਲ ਕੀਤੀ। ਫਿਰ ਆਖਰਕਾਰ ਬੀਬੀ ਭਾਨੀ ਦਾ ਕਾਰਜ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ ਹੋਇਆ। ਆਪਾਂ ਨੂੰ ਪਤਾ ਹੀ ਹੈ, ਗੁਰੂ ਰਾਮਦਾਸ ਜੀ ਮਹਾਰਾਜ ਦੇ ਗ੍ਰਹਿ ਵਿਖੇ ਜੋ ਗੁਰੂ ਅਰਜਨ ਦੇਵ ਜੀ, ਬਾਬਾ ਪੈਤ ਚੰਦ ਜੀ, ਮਹਾਦੇਵ ਜੀ, ਇਸ ਤਰ੍ਹਾਂ ਕਰਕੇ ਸੰਤਾਨ ਹੋਈ। ਆਖਰ ਚਲਦਿਆਂ ਚਲਦਿਆਂ, ਸੇਵਾ ਨਿਭਾਉਂਦਿਆਂ, ਜਦੋਂ ਗੁਰਤਾ ਗੱਦੀ ਤੱਕ ਗੱਲ ਆਈ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਜੋ ਇੱਕ ਵੱਡੇ ਸਨ, ਗੁਰੂ ਅਮਰਦਾਸ ਜੀ ਦੇ ਜਵਾਈ ਬੀਬੀ ਦਾਨੀ ਜੀ ਦੇ ਘਰ ਵਾਲੇ, ਇਹ ਦੋਵੇਂ ਹੀ ਬਹੁਤ ਸੇਵਾ ਨਿਭਾਉਂਦੇ ਸਨ। ਸੰਗਤਾਂ ਵਿੱਚ ਕਹਿੰਦੇ ਕਿ ਇਸ ਤਰ੍ਹਾਂ ਗੱਲ ਚੱਲ ਪਈ ਕਿ ਕਿਸ ਨੂੰ ਗੱਦੀ ਮਿਲੇਗੀ, ਕਿਉਂਕਿ ਅਮਰਦਾਸ ਸਤਿਗੁਰੂ ਪਾਤਸ਼ਾਹ ਜੋ ਸਰੀਰ ਦੇ ਵੱਡੇ ਸਨ, ਸਰੀਰ ਕਰਕੇ ਉਮਰ ਕਾਫੀ ਹੋ ਚੁੱਕੀ ਸੀ। ਸੇਵਾ ਗੁਰੂ ਰਾਮਦਾਸ ਜੀ ਤੇ ਰਾਮ ਜੀ ਇਹ ਦੋਵੇਂ ਸਭ ਤੋਂ ਜ਼ਿਆਦਾ ਕਰਦੇ ਸਨ ਔਰ ਨਿਮਰਤਾ ਦੇ ਨਾਲ ਕਰਦੇ ਸਨ। ਜਦੋਂ ਇਹ ਸੰਗਤ ਵਿੱਚ ਵਿਚਾਰ ਚੱਲੀ ਕਿ ਇਸ ਗੱਦੀ ਦੇ ਵਾਰਸ ਕੌਣ ਹੋਣਗੇ, ਤਾਂ ਕਹਿੰਦੇ ਹਨ ਕਿ ਸਤਿਗੁਰਾਂ ਨੇ, ਗੁਰੂ ਅਮਰਦਾਸ ਮਹਾਰਾਜ ਨੇ ਇੱਕ ਵਾਰ ਇਹਨਾਂ ਦੀ ਪ੍ਰੀਖਿਆ ਲਈ। ਸੁਭਾਵਕ ਹੀ ਇੱਕ ਦਿਨ ਆ ਕੇ ਕਹਿਣ ਲੱਗੇ ਕਿ ਭਾਈ ਰਾਮ ਜੀ, ਰਾਮਦਾਸ ਜੀ, ਤੁਸੀਂ ਦੋਵਾਂ ਨੇ ਵੱਖਰੇ ਵੱਖਰੇ ਥੜੇ ਬਣਾਉਣੇ ਹਨ, ਜਿਸ 'ਤੇ ਸੁਬਾਹ ਸ਼ਾਮ ਵਿਸ਼ਰਾਮ ਕਰਿਆ ਕਰੀਏ, ਭਜਨ ਬੰਦਗੀ ਕਰਿਆ ਕਰੀਏ। ਦੋਵਾਂ ਨੇ ਥੜੇ ਬਣਾਏ। ਸਤਿਗੁਰਾਂ ਨੇ ਆਕਾਰ ਕਰ ਦਿੱਤੀ, ਭਾਵ ਕਿ ਉਸ ਨੂੰ ਕਾਰ ਬਣਾ ਦਿੱਤੀ ਵੀ ਇਸ ਮੁਤਾਬਕ ਬਣਾਉਣਾ ਹੈ। ਜਦੋਂ ਦੋਵਾਂ ਨੇ ਥੜੇ ਬਣਾਏ, ਗੁਰੂ ਅਮਰਦਾਸ ਮਹਾਰਾਜ ਵੀ ਦੇਖਣ ਆਏ, ਕਿਹਾ ਕਿ ਥੜੇ ਤਿਆਰ ਹੋ ਗਏ ਹਨ। ਦੇਖਿਆ ਕਿ ਲੈਣੀ ਤਾਂ ਪ੍ਰੀਖਿਆ ਸੀ, ਕੌਣ ਨਿਮਰਤਾ ਵਿੱਚ ਰਹਿੰਦਾ ਹੈ ਤੇ ਕੌਣ ਛੇਤੀ ਘਬਰ ਜਾਂਦਾ ਹੈ। ਤਾਂ ਕਿਹਾ ਕਿ ਥੜੇ ਨਹੀਂ ਠੀਕ ਬਣੇ, ਇਹਨਾਂ ਨੂੰ ਢਾਹ ਕੇ ਦੁਬਾਰੇ ਬਣਾਇਆ ਜਾਵੇ। ਇਸੇ ਤਰ੍ਹਾਂ ਹੀ ਜਦੋਂ ਦੂਜੀ ਵਾਰ, ਤੀਜੀ ਵਾਰ ਥੜੇ ਬਣਾਏ ਤੇ ਜੋ ਭਾਈ ਰਾਮ ਜੀ ਸਨ, ਉਹਨਾਂ ਨੇ ਕਿਹਾ, ਗੁਰੂ ਅਮਰਦਾਸ ਜਦੋਂ ਮਹਾਰਾਜ ਨੇ ਤੀਜੀ ਵਾਰੀ ਕਿਹਾ ਕਿ ਰਾਮ ਜੀ, ਤੁਹਾਡਾ ਥੜਾ ਸਹੀ ਨਹੀਂ ਬਣਿਆ, ਇਹਨੂੰ ਢਾਹ ਕੇ ਦੁਬਾਰੇ ਬਣਾਓ। ਤਾਂ ਉਹ ਕਹਿਣ ਲੱਗੇ ਪਿਤਾ ਜੀ, ਤੁਹਾਡੀ ਉਮਰ ਵੱਡੀ ਹੋ ਗਈ ਹੈ, ਇਸ ਕਰਕੇ ਤੁਸੀਂ ਆਪ ਹੀ ਭੁੱਲ ਜਾਂਦੇ ਹੋ ਕਿ ਥੜਾ ਕਿਸ ਤਰ੍ਹਾਂ ਦਾ ਬਣਾਉਣ ਵਾਸਤੇ ਕਿਹਾ ਸੀ। ਅਸੀਂ ਤਾਂ ਉਸੇ ਤਰ੍ਹਾਂ ਹੀ ਬਣਾਉਂਦੇ ਹਾਂ, ਪਰ ਤੁਹਾਡੀ ਉਮਰ ਵੱਡੀ ਹੋਣ ਕਰਕੇ ਤੁਹਾਨੂੰ ਯਾਦ ਨਹੀਂ ਰਹਿੰਦਾ। ਖੈਰ, ਸਵਾਲ ਜਵਾਬ ਹੋਏ। ਜਦੋਂ ਗੁਰੂ ਰਾਮਦਾਸ ਮਹਾਰਾਜ ਕੋਲੇ ਆਏ, ਕਿਹਾ ਕਿ ਰਾਮਦਾਸ,
ਤੁਹਾਡਾ ਥੜਾ ਸਹੀ ਨਹੀਂ ਬਣਿਆ। ਤਾਂ ਕਹਿੰਦੇ ਹਨ ਕਿ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰਾਂ ਦੇ ਚਰਨੀ ਡਿੱਗ ਪਏ, ਦੋਵੇਂ ਹੱਥ ਜੋੜ ਕੇ ਬੜੇ ਪਿਆਰ ਦੇ ਨਾਲ ਕਿਹਾ ਕਿ ਸਤਿਗੁਰੂ, ਅਸੀਂ ਸੰਸਾਰੀ ਜੀਵ ਹਾਂ, ਸਾਡੀ ਬੁੱਧੀ ਉੱਥੋਂ ਤੱਕ ਨਹੀਂ ਕੰਮ ਕਰਦੀ ਜਿੱਥੋਂ ਤੱਕ ਤੁਸੀਂ ਕੰਮ ਕਰਦੇ ਹੋ। ਸਾਡੀ ਬੁੱਧੀ ਬਹੁਤ ਥੋੜ੍ਹੀ ਹੈ, ਪਰ ਜਿਸ ਤਰ੍ਹਾਂ ਤੁਸੀਂ ਕਿਰਪਾ ਕਰਕੇ ਬਣਵਾਓਗੇ ਉਸੇ ਤਰ੍ਹਾਂ ਹੀ ਹੋਵੇਗਾ। ਜਿੰਨੇ ਵਾਰੀ ਕਹੋਗੇ ਬਣਾਉਣਾ ਪਵੇ, ਜਦੋਂ ਤੁਸੀਂ ਕਹੋਗੇ ਕਿ ਠੀਕ ਹੈ, ਉਦੋਂ ਅਸੀਂ ਹਟ ਜਾਵਾਂਗੇ। ਜੇ ਤੁਹਾਨੂੰ ਠੀਕ, ਤੁਹਾਡੀ ਨਜ਼ਰ ਵਿੱਚ ਠੀਕ ਨਹੀਂ ਹੈ ਤਾਂ ਠੀਕ ਨਹੀਂ ਹੈ, ਅਸੀਂ ਢਾਹ ਕੇ ਦੁਬਾਰੇ ਬਣਾ ਦਿੰਦੇ ਹਾਂ। ਤਾਂ ਜਦੋਂ ਗੁਰੂ ਰਾਮਦਾਸ ਮਹਾਰਾਜ ਦੀ ਇਹ ਨਿਮਰਤਾ ਦੇਖੀ ਤੇ ਸੰਗਤ ਉਸੇ ਸਮੇਂ ਹੀ ਸਮਝ ਗਈ ਕਿ ਗੱਦੀ ਕਿੱਥੇ ਜਾਣੀ ਹੈ, ਇਹ ਜੋਤ ਇਸ ਸਰੀਰ ਵਿੱਚ ਟਿਕਣੀ ਹੈ। ਤਾਂ ਆਖਰਕਾਰ ਇਹ ਵੀ ਦੱਸਦੇ ਹਨ ਕਿ ਗੁਰੂ ਰਾਮਦਾਸ ਮਹਾਰਾਜ ਦੀ ਉਮਰ ਛੋਟੀ ਸੀ, ਭਾਵ ਕਿ ਉਮਰ ਬਹੁਤ ਘੱਟ ਰਹਿੰਦੀ ਸੀ। ਤੇ ਗੁਰੂ ਅਮਰਦਾਸ ਮਹਾਰਾਜ ਨੇ ਕੁਝ ਆਪਣੀ ਉਮਰ ਦੇ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਗੱਦੀ ਦਿੱਤੀ ਔਰ ਆਪ ਕੁਝ ਸਮੇਂ ਬਾਅਦ ਸਰੀਰ ਛੱਡ ਗਏ। ਔਰ ਗੁਰੂ ਰਾਮਦਾਸ ਜੀ ਦੀ ਉਪਮਾ ਜਿੰਨੀ ਕਰ ਲਈਏ ਨਿਮਰਤਾ ਦੇ ਸੰਬੰਧ ਵਿੱਚ, ਸੇਵਾ ਦੇ ਸੰਬੰਧ ਵਿੱਚ, ਤਾਂ ਬਹੁਤ ਘੱਟ ਲੱਗਦੀ ਹੈ। ਭੱਟਾਂ ਨੇ ਸਵਈਆਂ ਦੇ ਵਿੱਚ ਵੀ ਬਹੁਤ ਸੋਹਣੇ ਬਚਨ ਕਹੇ। ਕਵ ਕਲ ਠਾਕਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਰ ਭਰੇ। ਕਿ ਹੇ ਗੁਰੂ ਰਾਮਦਾਸ ਜੀ, ਪਰਮੇਸ਼ਵਰ ਨੂੰ ਕਹਿਣ ਲੱਗੇ ਕਵੀ ਕਲ ਸਹਾਰ ਜੀ, ਕਵੀ ਕਲ ਸਹਾਰ ਪਰਮੇਸ਼ਵਰ ਦੇ ਸਨਮੁਖ, ਭਾਵ ਕਿ ਉਸ ਨੂੰ ਬੇਨਤੀ ਕਰਨ ਲੱਗੇ ਕਿ ਹੇ ਠਾਕਰ, ਇਹ ਹਰਦਾਸ ਮੱਲ ਦੇ ਪੁੱਤਰ ਤਨੇ, ਭਾਵ ਕਿ ਪੁੱਤਰ, ਕਵ ਕਲ ਠਾਕਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਰ ਭਰੇ। ਕਿ ਹਰਦਾਸ ਦੇ ਪੁੱਤਰ ਰਾਮਦਾਸ ਜਿਹੜੇ ਸਰੋਵਰ ਖਾਲੀ ਹਨ ਉਹਨਾਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਭਰਨ ਵਾਲੇ ਹਨ। ਭਾਵ ਕਿ ਜਿਹੜੇ ਹਿਰਦਿਆਂ ਦੇ ਵਿੱਚ ਨਿਰਾਸ਼ਾ ਹੁੰਦੀ ਹੈ ਉਹਨਾਂ ਨੂੰ ਖੁਸ਼ੀਆਂ ਬਖਸ਼ਦੇ ਹਨ। ਇਹ ਨਿਮਰਤਾ ਦੇ ਪੁੰਜ ਹਨ। ਅੱਜ ਵੀ ਦੇਖੀਏ ਤਾਂ ਹਰਿਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਮਹਾਰਾਜ ਦਾ ਜੋ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਉੱਥੇ ਪਤਾ ਨਹੀਂ ਕਿੰਨੀ ਸੰਗਤ ਸਤਿਗੁਰਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਜਾਂਦੀ। ਅੱਜ ਨਹੀਂ, ਉੱਥੇ ਸਦਾ ਹੀ ਉਹਦੀ ਕਿਰਪਾ ਦ੍ਰਿਸ਼ਟੀ ਵਰਸਦੀ ਹੈ। ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਜਾ ਕੇ ਸਾਰੇ ਆਪਣੇ ਖਾਲੀ ਰੂਪ ਸਰੋਵਰ ਰੂਪੀ ਹਿਰਦਿਆਂ ਨੂੰ ਭਰਦੇ ਹਨ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਸਤਿਗੁਰਾਂ ਦੇ ਜਨਮ ਪ੍ਰਕਾਸ਼ ਅਵਤਾਰ ਦਿਹਾੜੇ ਦੇ ਵਿੱਚ ਜੋ ਬਹੁਤ ਸੀ ਉਤਸ਼ਾਹ ਨਾਲ ਇਹ ਦਿਨ ਮਨਾਇਆ ਜਾਂਦਾ ਹੈ। ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਹੁੰਦੇ, ਦਰਬਾਰ ਨੂੰ ਸਜਾਇਆ ਜਾਂਦਾ ਹੈ। ਸੋ ਸਵਈਆਂ ਦੇ 2 ਕੁ ਬਚਨ ਆਪਾਂ ਜੋ ਭੱਟਾਂ ਨੇ ਲਿਖੇ ਉਹ ਬੋਲ ਕੇ ਆਪਾਂ ਵਿਚਾਰ ਕਰਕੇ 2 ਮਿੰਟ ਦੀ ਵਿਚਾਰ ਸਮਾਪਤੀ ਕਰਾਂਗੇ। ਸਤਿਗੁਰਾਂ ਦੇ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਜਾ ਕੇ ਦੇਖਤ ਦੁਆਰੇ, ਕਾਮ ਕ੍ਰੋਧ ਹੀ ਨਿਵਾਰੇ, ਜੀ ਹੋਂ ਬਲ ਬਲ ਜਾਓ, ਸਤਿਗੁਰ ਸਾਚੇ ਨਾਮ ਪਰ। ਕਿ ਭਾਈ ਉਹਦੇ ਦੁਆਰੇ ਤੇ ਜਾ ਕੇ ਦੇਖ। ਭੱਟ ਜੀ ਕਹਿੰਦੇ ਹਨ ਕਿ ਅਸੀਂ ਉਹਨਾਂ ਦੇ ਦੁਆਰੇ ਤੇ ਜਾ ਕੇ ਦੇਖਿਆ ਹੈ। ਜਾ ਕੇ ਦੇਖਤ ਦੁਆਰੇ, ਕਾਮ ਕ੍ਰੋਧ ਹੀ ਨਿਵਾਰੇ। ਕਾਮ ਕ੍ਰੋਧ ਸਾਰੇ ਇਹ ਖਤਮ ਹੋ ਜਾਂਦੇ ਹਨ, ਤ੍ਰਿਸ਼ਨਾ ਮੁੱਕ ਜਾਂਦੀ ਹੈ। ਕੋਈ ਮਨ ਦੀ ਤਮੰਨਾ ਨਹੀਂ ਰਹਿੰਦੀ ਕਿ ਮੈਂ ਕੀ ਮੰਗ ਲਵਾਂ। ਸਤਿਗੁਰੂ ਇੰਨੀ ਰਹਿਮਤ ਕਰਦੇ ਹਨ ਕਿ ਤਮੰਨਾ ਕੋਈ ਨਹੀਂ ਰਹਿੰਦੀ, ਉਹਦਾ ਪਿਆਰ ਹੀ ਮਨ ਵਿੱਚ ਵਸ ਜਾਂਦਾ ਹੈ।
ਜਾਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ, ਜੀ ਹੋਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ। ਮੈਂ ਤਾਂ ਉਹਦੇ ਨਾਮ ਤੋਂ ਹੀ ਬਲਿਹਾਰ ਜਾਂਦਾ ਹਾਂ, ਮੈਂ ਉਹਦਾ ਨਾਮ ਹੀ ਮੰਗਦਾ ਹਾਂ। ਹੋਰ ਸੰਸਾਰੀ ਵਸਤੂ ਜੋ ਮੰਗਦੇ ਹਾਂ ਉਹ ਸੰਸਾਰ ਦੇ ਵਿੱਚ ਹੀ ਰਹਿ ਜਾਂਦੀ। ਇੱਕ ਨਾਮ ਹੀ ਐਸਾ ਹੈ ਜਿਹੜਾ ਪ੍ਰਮਾਤਮਾ ਦਾ ਜੋ ਜੀਵ ਦੇ ਅੰਤ ਸਮੇਂ ਨਾਲ ਜਾਂਦਾ ਹੈ। ਸੋ ਗੁਰੂ ਦੇ ਦੁਆਰੇ ਤੇ ਗੁਰੂ ਰਾਮਦਾਸ ਜੀ ਦੇ ਘਰ ਇਹ ਰਹਿਮਤ ਵਰਸਦੀ ਹੈ। ਸੋ ਸਤਿਗੁਰੂ ਕਿਰਪਾ ਕਰਨ, ਸਾਰਿਆਂ 'ਤੇ ਹੀ ਆਪਣੀ ਰਹਿਮਤ, ਆਪਣੀ ਬਖਸ਼ਿਸ਼, ਆਪਣੀ ਦਇਆ ਦ੍ਰਿਸ਼ਟੀ ਕਰਨ ਅਤੇ ਸਾਰਿਆਂ 'ਤੇ ਹੀ ਮਿਹਰ ਭਰਿਆ ਸਿਰ 'ਤੇ ਹੱਥ ਰੱਖਣ। ਸਾਰਿਆਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਣ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਸੋ ਗੁਰੂ ਪਿਆਰੋ, ਇਹ ਸੀ ਆਪਾਂ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜੋ ਕੁਝ ਕੁ ਵਿਚਾਰਾਂ ਕੀਤੀਆਂ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਅਤੇ ਸਤਿਗੁਰੂ ਕੀ ਸੰਗਤ ਬਖਸ਼ਣ, ਜੋ ਹੋਣ ਦੀ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰੂ ਸਮੱਤ ਬਖਸ਼ਣ। ਸੋ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।